ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਾ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨ ਕਥਨੇ ਜਾਹੇ। ਨਾ ਓਏ ਮਰੈ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਨਾ ਓਏ ਮਰੈ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਪਾਤਸ਼ਾਹ ਜੀ ਕੀ ਅਪਾਰ ਕਿਰਪਾ ਸਦਕਾ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਜਪਜੀ ਸਾਹਿਬ ਜੀ ਦੀ ਵਿਚਾਰ ਸਰਵਣ ਕਰ ਰਹੇ ਸੀ। ਆਪ ਜੀ ਨੇ 37ਵੀਂ ਪੌੜੀ ਦਾ ਪਾਠ ਸਰਵਣ ਕੀਤਾ। ਆਓ ਇਸ ਪੌੜੀ ਰਾਹੀਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਨੂੰ, ਸਿੱਧਾਂ ਨੂੰ ਕੀ ਗਿਆਨ ਬਖਸ਼ਿਸ਼ ਕਰਦੇ ਹਨ। ਆਰੰਭ ਕਰੀਏ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ। ਦਾਸ ਦੀਆਂ ਆਪਣੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਇਹ ਪਵਿੱਤਰ ਪੌੜੀਆਂ, ਪਵਿੱਤਰ ਜਪਜੀ ਸਾਹਿਬ ਜੀ ਦੀ ਬਾਣੀ ਜਿਹੜੀ ਹੈ, ਸਤਿਗੁਰਾਂ ਦੇ ਬਚਨ ਬਿਲਾਸ, ਚਰਚਾ, ਵਿਚਾਰ ਸਿੱਧਾਂ ਦੇ ਨਾਲ ਵੀ ਹੋਈ ਹੈ। ਗੁਰਬਾਣੀ ਵਿੱਚ ਪਵਿੱਤਰ ਬਾਣੀ ਸਿੱਧ ਗੋਸ਼ਟ ਦੇ ਨਾਮ ਤੇ ਦਰਜ ਹੈ। ਤੋ ਸਿੱਧਾਂ ਨੇ ਅਨੇਕਾਂ ਤਰ੍ਹਾਂ ਦੀਆਂ ਬੇਨਤੀਆਂ, ਸਵਾਲ ਕੀਤੇ, ਸਤਿਗੁਰਾਂ ਨੇ ਦੱਸਣਾ ਕੀਤਾ। ਇਹਨਾਂ ਪੌੜੀਆਂ ਵਿੱਚ ਸਤਿਗੁਰੂ ਜੀਵ ਆਤਮਾ ਜਾਂ ਜਗਿਆਸੂ ਜਿਹੜਾ ਹੈ, ਨਾਮ ਜਪਦਾ ਹੋਇਆ ਜਦੋਂ ਪਰਮੇਸ਼ਰ ਦੇ ਵੱਲ ਜਾਣ ਵਾਲੀਆਂ ਪੌੜੀਆਂ ਨੂੰ ਤੈਅ ਕਰਦਾ ਹੈ। ਧਰਮਖੰਡ, ਗਿਆਨਖੰਡ, ਸਰਮਖੰਡ ਤੇ ਅੱਗੇ ਪੌੜੀ ਹੈ ਕਰਮਖੰਡ ਦੀ। ਕਰਮਖੰਡ ਕੀ ਬਾਣੀ ਜੋਰ, ਸਰਮਖੰਡ ਤੋਂ ਬਾਅਦ ਕੀ ਹੈ? ਜਗਿਆਸੂ ਜਿਹੜਾ ਹੈ, ਸਿੱਖ ਜਿਹੜਾ ਹੈ, ਭਗਤ ਜਿਹੜਾ ਹੈ, ਉਹ ਪਰਮੇਸ਼ਰ ਨੂੰ ਪਾਉਣ ਵਾਸਤੇ ਕਰਮ ਮਿਹਨਤ ਕਰਦਾ ਹੈ। ਕਰਮ ਦੇ ਬਹੁਤ ਅਰਥ ਬਣਨਗੇ। ਕਰਮਖੰਡ ਦਾ ਇੱਕ ਅਰਥ ਹੈ ਪਰਮੇਸ਼ਰ ਦੀ ਬਖਸ਼ਿਸ਼, ਗੁਰੂ ਦੀ ਬਖਸ਼ਿਸ਼। ਦੂਸਰਾ ਹੈ ਮਿਹਨਤ। ਸਿੱਧਾਂ ਨੇ ਬੇਨਤੀ ਕੀਤੀ, ਮਹਾਰਾਜ ਸਰਮਖੰਡ ਦੀ ਪੰਜਵੀਂ ਭੂਮਿਕਾ ਆਪ ਬਾਰੇ ਆਪ ਜੀ ਨੇ ਸਮਝਾਇਆ। ਹੁਣ ਅਗਲੀ ਅਵਸਥਾ ਦਾ ਵੀ ਬਿਆਨ ਕਰਨਾ ਕਰੋ। ਸਰਮਖੰਡ ਤੋਂ ਬਾਅਦ ਜਗਿਆਸੂ ਕਿੱਥੇ ਪਹੁੰਚਦਾ ਹੈ? ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਸਿੱਧੋ। ਉਸ ਤੋਂ ਬਾਅਦ ਦੀ ਅਵਸਥਾ ਦਾ ਨਾਮ ਹੈ ਕਰਮਖੰਡ। ਇਸ ਨੂੰ 6ਵੀਂ ਭੂਮਿਕਾ ਪਦਾਰਥ ਅਭਾਵਨੀ ਕਿਹਾ ਗਿਆ ਹੈ। ਭਾਵ ਪਦਾਰਥਾਂ ਤੋਂ ਮਨ ਉੱਚਾ ਉੱਠ ਜਾਂਦਾ ਹੈ। ਕੇਵਲ ਤੇ ਕੇਵਲ ਉਹਨਾਂ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਕਰਮ ਚੱਲਦਾ ਹੈ। ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਦੇ ਹਨ, ਔਰ ਨਾਮ ਜਪਦੇ ਹੋਏ ਉਹਨਾਂ ਦੀ ਰਸਨਾ ਤੇ ਇੰਨੀ ਬਖਸ਼ਿਸ਼ ਹੋ ਜਾਂਦੀ ਹੈ ਕਿ ਉਹਨਾਂ ਦੀ ਜੀਵ ਤੇ ਆਪ ਪਰਮੇਸ਼ਰ ਵਸਦਾ ਹੈ। ਔਰ ਉਹਨਾਂ ਦੀ ਬਾਣੀ ਵਿੱਚ ਤਾਕਤ ਆ ਜਾਂਦੀ ਹੈ
ਉਹਨਾਂ ਦੇ ਮੁਖੋਂ ਨਿਕਲੇ ਬਚਨ ਪੂਰੇ ਹੋਣ ਲੱਗ ਜਾਂਦੇ ਐ। ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋਵੰਦੇ। ਉਹ ਜੋ ਕਹਿੰਦੇ ਹਨ ਉਹ ਪੂਰਾ ਹੋਣ ਲੱਗ ਜਾਂਦਾ ਹੈ। ਇਸ ਤਰ੍ਹਾਂ ਜਿਵੇਂ ਜਿਵੇਂ ਉਹ ਨਾਮ ਜਪਦੇ ਜਾਂਦੇ ਐ ਤਿਵੇਂ ਤਿਵੇਂ ਉਹਨਾਂ ਦੇ ਗੁਰੂ ਪਿਆਰਿਓ ਜ਼ੁਬਾਨ ਦੇ ਵਿੱਚ ਬਚਨਾਂ ਵਿੱਚ ਤਾਕਤ ਹੋਣ ਲੱਗ ਜਾਂਦੀ ਹੈ। ਪ੍ਰਗਟ ਪਹਾਰਾ ਜਪਦਾ ਸਭ ਲੋਕ ਸੁਣੰਦੇ। ਤੇ ਉਹਨਾਂ ਦੀ ਸ਼ੋਭਾ ਦੁਨੀਆ ਵਿੱਚ ਹੁੰਦੀ ਹੈ। ਦੁਨੀਆ ਉਹਨਾਂ ਦੇ ਨਾਲ ਮਿਲ ਕਰਕੇ ਆਪਣਾ ਜੀਵਨ ਜਿਹੜਾ ਹੈ ਸੁਧਾਰ ਲੈਂਦੀ ਹੈ। ਔਰ ਇਹ ਗੱਲ ਸਤਿਗੁਰੂ ਪਾਤਸ਼ਾਹ ਕਹਿੰਦੇ, ਮੈਂ ਨਹੀਂ ਕਹਿੰਦਾ, ਚਾਰੇ ਵੇਦ ਵੀ ਕਹਿੰਦੇ ਹਨ। ਨਾਨਕ ਵਿਚਾਰੈ ਸੰਤ ਜਨ ਚਾਰ ਵੇਦ ਕਹੰਦੇ। ਇਹ ਚਾਰਾਂ ਵੇਦਾਂ ਦੇ ਵਿੱਚ ਵੀ ਦੱਸਿਆ ਗਿਆ ਹੈ ਕਿ ਨਾਮ ਜਪਣ ਵਾਲਿਆਂ ਦੀ ਰਸਨਾ ਦੇ ਉੱਤੇ ਜਦੋਂ ਕਰਮਖੰਡ ਵਿੱਚ ਪਹੁੰਚਦੇ ਹਨ ਤਾਂ ਉਹਨਾਂ ਦੀ ਰਸਨਾ ਵਿੱਚ ਤਾਕਤ ਆ ਜਾਂਦੀ ਹੈ। ਮੈਂ ਕਰਮ ਦਾ ਇੱਕ ਹੋਰ ਅਰਥ ਕਰਾਂ, ਮਿਹਨਤ। ਜੇ ਅਸੀਂ ਸਰੀਰ ਨਾਲ ਮਿਹਨਤ ਕਰਾਂਗੇ ਤੇ ਸਰੀਰ ਵਿੱਚ ਤਾਕਤ ਆ ਜਾਂਦੀ ਆ। ਇਸੇ ਕਰਕੇ ਲੋਕ ਅਨੇਕਾਂ ਤਰ੍ਹਾਂ ਦੇ ਹੱਥੀਂ ਕਿਰਤ ਕਰਨ ਵਾਲੇ ਤਕੜੇ ਹੁੰਦੇ ਆ। ਖੇਤੀਬਾੜੀ ਕਰਨ ਵਾਲਾ ਮਜ਼ਦੂਰ, ਕਹੀ ਕੁਹਾੜਾ ਚਲਾਉਣ ਵਾਲਾ, ਲੱਕੜਾਂ ਵੱਢਣ ਵਾਲਾ, ਜਦੋਂ ਪ੍ਰੈਕਟੀਕਲ ਤੌਰ 'ਤੇ ਕਰਮ ਕਰਦਾ ਹੈ, ਹੱਥਾਂ ਦੇ ਨਾਲ ਕੰਮ ਕਰਦਾ ਹੈ, ਤੇ ਆਪਾਂ ਦੇਖਦੇ ਹਾਂ ਉਹਨਾਂ ਦੇ ਸਰੀਰ ਕਿਤਨੇ ਸਡੌਲ ਤਕੜੇ ਹੋ ਜਾਂਦੇ ਆ। ਉਹਨਾਂ ਦੀ ਤਾਕਤ ਆ ਜਾਂਦੀ ਹੈ, ਸਰੀਰ ਵਿੱਚ ਜ਼ੋਰ ਆ ਜਾਂਦਾ। ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ। ਉਹ ਯੋਧੇ ਮਹਾਬਲੀ ਸੂਰਮੇ ਬਣ ਜਾਂਦੇ ਹਨ। ਔਰ ਇੱਕ ਅਰਥ ਹੈ ਜੀਵ ਦੇ ਨਾਲ ਕਰਮ ਸ਼ੁਰੂ ਕਰ ਦੇਣਾ। ਹੁਣ ਕਹਿਣ ਨੂੰ ਤਾਂ ਸਾਰੇ ਹੀ ਅਸੀਂ ਕਹੀ ਜਾਂਦੇ ਹਾਂ, ਇਉਂ ਕਰਨਾ ਚਾਹੀਦਾ, ਇਉਂ ਕਰਿਆ ਐਂ ਹੋ ਜਾਂਦਾ, ਜੇ ਐਂ ਕਰ ਲਈਏ ਤੇ ਐਂ ਹੋ ਜਾਂਦਾ, ਜੇ ਇੰਨਾ ਭਜਨ ਕਰੀਏ ਤੇ ਐਂ ਹੋ ਜਾਂਦਾ। ਪਰ ਹੋਣਾ ਤਾਂ ਕਰਨ ਦੇ ਨਾਲ ਹੀ ਹੈ ਨਾ। ਜੇ ਅਸੀਂ ਕਰਨਾ ਨਹੀਂ ਤਾਂ ਫਿਰ ਸਤਿਗੁਰਾਂ ਦਾ ਵਚਨ ਸਾਡੇ ਸਾਹਮਣੇ ਆ, ਗੱਲੀ ਹੋਂ ਸੁਹਾਗਣ ਭੈਣੇ। ਮੈਂ ਗੱਲੀ ਬਾਤੀ ਸੁਹਾਗਣ ਬਣੀ ਆ, ਪਰ ਮਾਲਕ ਦੇ ਨਾਲ ਜੁੜੀ ਕਦੇ ਨਹੀਂ। ਗੱਲੀ ਹੋਂ ਸੁਹਾਗਣ ਭੈਣੇ, ਕੰਤ ਨ ਕਬਹੂ ਮੈਂ ਮਿਲਿਆ। ਇਉਂ ਪਰਮੇਸ਼ਰ ਦੇ ਪਿਆਰੇ ਜਿਹੜੇ ਹੁੰਦੇ ਹਨ, ਗੁਰੂ ਪਿਆਰਿਓ, ਉਹ ਜਦੋਂ ਰਸਨਾ ਦੇ ਨਾਲ ਨਾਮ ਜਪਦੇ ਹਨ ਤਾਂ ਉਹਨਾਂ ਦੇ ਹਿਰਦੇ ਦੇ ਅੰਦਰ ਜਿਹੜਾ ਹੈ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਮਹਿਮਾ ਫੈਲ ਜਾਂਦੀ ਹੈ। ਔਰ ਫਿਰ ਉਹਨਾਂ ਦੀ ਜ਼ੁਬਾਨ ਵਿੱਚ, ਉਹਨਾਂ ਦੇ ਬਚਨਾਂ ਵਿੱਚ ਵੀ ਇੰਨੀ ਤਾਕਤ ਆ ਜਾਂਦੀ ਹੈ ਕਿ ਜੋ ਕਹਿੰਦੇ ਹਨ ਉਹ ਪੂਰਾ ਹੋਣ ਲੱਗ ਜਾਂਦਾ ਹੈ। ਇਸ ਕਰਕੇ ਕਰਮ ਸ਼ਬਦ ਜਿਹੜਾ ਹੈ ਫਾਰਸੀ ਦਾ ਹੈ ਕਿਰਪਾ, ਬਖਸ਼ਿਸ਼। ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਭਗਤ ਮੁਖਾ ਤੇ ਬੋਲਦੇ ਸੇ ਬਚਨ ਹੋ ਬੰਦੇ। ਤੇ ਆਪਾਂ ਕਿਤਨੇ ਹੀ ਪਿਛਲੀਆਂ ਸਾਖੀਆਂ ਨੂੰ ਯਾਦ ਕਰੀਏ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜਿਸ ਤਰ੍ਹਾਂ ਇੱਕ 7ਵੇਂ ਪਾਤਸ਼ਾਹ ਜੀ ਦੇ ਸਮੇਂ ਸਿੱਖ ਹੋਇਆ ਭਾਈ ਗੋਦੜੀਆ, ਤਾਂ ਭਾਈ ਗੋਦੜੀਆ ਜੀ ਬ੍ਰਹਮ ਗਿਆਨੀ, ਜਿਨ੍ਹਾਂ ਦੀ ਬਾਣੀ ਜ਼ੋਰ ਵਾਲੀ ਸੀ, ਭਾਵ ਜਿਨ੍ਹਾਂ ਦੀ ਰਸਨਾ ਤੇ ਤਾਕਤ ਆ ਗਈ ਸੀ, ਉਹਨਾਂ ਦੀ ਰਸਨਾ ਤੇ ਪਰਮੇਸ਼ਰ ਵਸਦਾ ਸੀ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਰਸਨਾ। ਜੋ ਬਚਨ ਕਹਿੰਦੇ ਸਨ ਉਹ ਪੂਰਾ ਹੋ ਜਾਂਦਾ ਸੀ। ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ 7ਵੇਂ ਪਾਤਸ਼ਾਹ ਜੀ ਹਜ਼ੂਰੀ ਵਿੱਚ ਭਾਈ ਭਗਤੂ ਦਾ ਪੁੱਤਰ ਗੌਰਾ ਵੀ ਨਿਸ਼ਕਾਮ ਸੇਵਾ ਕਰਦਾ ਹੋਇਆ ਰਹਿ ਰਿਹਾ ਸੀ। ਬਾਣੀ ਦੇ ਇੰਨੇ ਪ੍ਰੇਮੀ ਸਨ ਭਾਈ ਗੋਦੜੀਆ ਜੀ ਕਿ ਰੋਜ਼ 21 ਪਾਠ ਜਪਜੀ ਸਾਹਿਬ ਜੀ ਦੇ ਕਰਦੇ ਸਨ। ਬਾਕੀ ਸਮਾਂ ਵੀ ਨਾਮ ਦੀ ਮਸਤੀ ਵਿੱਚ ਲੀਨ ਰਹਿੰਦੇ। ਇੱਕ ਦਿਨ ਲੰਗਰ ਲਈ ਚੱਕੀ ਵਿੱਚ ਦਾਣੇ ਪੀਸ ਰਹੇ ਸੀ।
ਸੇਵਾ ਵੀ ਕਰਦੇ ਸਨ, ਸੱਤਵੇਂ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਸਿਮਰਨ ਵੀ ਕਰਦੇ ਸਨ। ਤੋ ਇਹਨਾਂ ਨੇ ਸਾਹਮਣੇ ਕੀ ਦੇਖਿਆ ਕਿ ਗੌਰਾ ਭਗਤੂ ਦਾ ਪੁੱਤਰ ਜੋ ਸੱਤਵੇਂ ਪਾਤਸ਼ਾਹ ਕੋਲੇ ਰਹਿ ਰਿਹਾ ਹੈ, ਭਾਈ ਗੌਰਾ, ਇੱਕ ਨੌਕਰ ਨੂੰ ਤਾੜ ਰਿਹਾ ਸੀ ਬਿਨਾਂ ਕਾਰਨ। ਤੇ ਭਾਈ ਗੋਦੜੀਆ ਜੀ ਨੂੰ ਤਰਸ ਆਇਆ ਵੀ ਗਰੀਬ ਨੂੰ ਕਿਉਂ ਤਾੜ ਰਿਹਾ ਹੈ। ਉਹਨੂੰ ਬੜੇ ਪਿਆਰ ਨਾਲ ਕਿਹਾ ਗੌਰੇ ਨੂੰ ਕਿ ਗਰੀਬ ਨੂੰ ਨਾ ਤਾੜ। ਗੌਰਾ ਹੰਕਾਰੀ ਮਨੁੱਖ ਸੀ ਥੋੜਾ। ਕਹਿਣ ਲੱਗਿਆ ਤੂੰ ਚੱਕੀ ਪੀਸੀ ਜਾ, ਤੈਨੂੰ ਕੀ ਪਤਾ ਕੰਮਕਾਰ ਕਿਵੇਂ ਚੱਲਦੇ ਆ ਗੁਰੂ ਘਰ ਦੇ। ਸਖਤੀ ਦੇ ਬਚਨ ਕਹਿਣ ਲਿੱਤੇ ਹੋਰ ਵੀ ਭਾਈ ਗੋਦੜੀਆ ਜੀ ਨੂੰ। ਹੰਕਾਰ ਦੇ ਵਿੱਚ ਭਾਈ ਗੋਦੜੀਆ ਜੀ ਕਹਿੰਦੇ ਯਾਰ ਤੂੰ ਬੜਾ ਆਫਰਿਆ ਹੋਇਆ ਹੈ। ਕਹਿੰਦੇ ਬਚਨ ਕਹਿੰਦਿਆਂ ਹੀ ਭਾਈ ਗੌਰੇ ਨੂੰ ਅਫਰੇਮਾ ਹੋਣਾ ਸ਼ੁਰੂ ਹੋ ਗਿਆ, ਪੇਟ ਫੁੱਲ ਗਿਆ, ਸਾਹ ਔਖਾ ਹੋਣ ਲੱਗਿਆ। ਤੇ ਭਾਈ ਗੋਦੜੀਆ ਜੀ ਅੱਗੇ ਬੇਨਤੀਆਂ ਕਰਨ ਲੱਗਿਆ ਕਿ ਮੈਥੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੇ ਨਾਲ ਅਗਾਹਾਂ ਤੋਂ ਕੋਈ ਝਗੜਾ ਨਹੀਂ ਕਰਾਂਗਾ। ਗੋਦੜੀਆ ਕਹਿਣ ਲੱਗੇ ਆਪਣਾ ਕਿਹੜਾ ਝਗੜਾ ਹੈ, ਰੌਲਾ ਤਾਂ ਗਰੀਬ ਦੇ ਦਿਲ ਦਿਖਾਉਣ ਦਾ ਹੈ। ਤੂੰ ਅੱਗੇ ਤੋਂ ਬਚਨ ਮੰਨ ਕਿ ਕਿਸੇ ਗਰੀਬ ਦਾ ਦਿਲ ਨਹੀਂ ਦੁਖਾਵੇਂਗਾ, ਕਿਸੇ ਗਰੀਬ ਨੂੰ ਝਿੜਕੇਗਾ ਨਹੀਂ। ਗੁਰੂ ਪਰਮੇਸ਼ਰ ਗਰੀਬਾਂ ਦਾ ਪੱਖੀ ਹੈ, ਜਿਸ ਨੇ ਮੇਰੇ ਬਚਨਾਂ ਦੁਆਰਾ ਤੈਨੂੰ ਸਜ਼ਾ ਦਿੱਤੀ ਹੈ। ਇਹ ਸੁਣ ਕੇ ਉਸਨੇ ਆਪਣੀ ਗਲਤੀ ਮੰਨੀ, ਮਾਫੀ ਮੰਗੀ। ਤੇ ਭਾਈ ਗੋਦੜੀਆ ਕਹਿਣ ਲੱਗੇ ਕੋਈ ਨਹੀਂ, ਗੁਰੂ ਭਲਾ ਕਰੇਗਾ। ਇਹ ਕਹਿੰਦਿਆਂ ਹੀ ਅਫਰੇਮਾ ਖਤਮ ਹੋ ਗਿਆ, ਪੇਟ ਸਹੀ ਟਿਕਾਣੇ ਆ ਗਿਆ। ਫਿਰ ਅੱਗੋਂ ਤੋਂ ਗੌਰਾ ਜਿਹੜਾ ਸੀਗਾ ਉਸੇ ਤਰ੍ਹਾਂ ਚੱਲਣ ਲੱਗਿਆ ਜਿਵੇਂ ਭਾਈ ਗੋਦੜੀਆ ਜੀ ਨੇ ਕਿਹਾ। ਇਸ ਤਰ੍ਹਾਂ ਗੁਰੂ ਪਿਆਰਿਓ, ਪਰਮੇਸ਼ਰ ਦੇ ਪਿਆਰਿਆਂ ਦੇ ਮੁਖ ਚੋਂ ਨਿਕਲੇ ਬਚਨ ਜਿਹੜੇ ਹਨ ਸਹਿਜ ਸੁਭਾਅ ਨਿਕਲੇ, ਉਹ ਪੂਰੇ ਹੋ ਜਾਂਦੇ ਆ। ਪਾਤਸ਼ਾਹ ਜੀ ਦਾ ਬਚਨ ਪੜ੍ਹ ਰਹੇ ਸੀ ਆਪਾਂ, ਕਰਮ ਖੰਡ ਕੀ ਬਾਣੀ ਜੋਰ। ਉੱਥੇ ਗੁਰੂ ਪਿਆਰਿਓ ਹੋਰ ਕੁਛ ਵੀ ਨਹੀਂ ਪਹੁੰਚਦਾ ਉਸ ਅਵਸਥਾ ਦੇ ਬਰਾਬਰ। ਰਿੱਧੀਆਂ ਸਿੱਧੀਆਂ, ਭੇਦ ਭਾਵ, ਪਖੰਡਵਾਦ, ਪੂਜਾ ਅਰਚਨਾ, ਦਵੈਤ ਆਦਿ ਉੱਥੇ ਕੁਝ ਵੀ ਨਹੀਂ ਪਹੁੰਚਦਾ ਜਿੱਥੇ ਕਰਮ ਪਹੁੰਚਦਾ ਹੈ। ਮਨੁੱਖ ਦੇ ਤਿੰਨ ਮਿੱਤਰ ਵੀ ਮੰਨੇ ਹਨ। ਇਹਨਾਂ ਵਿੱਚੋਂ ਇੱਕ ਮਿੱਤਰ ਕਰਮ ਹੈ, ਇੱਕ ਮਿੱਤਰ ਮਾਇਆ ਹੈ, ਇੱਕ ਮਿੱਤਰ ਮਨੁੱਖ ਹੈ। ਤੇ ਮਨੁੱਖ ਓਨਾ ਚਿਰ ਮਿੱਤਰ ਹੈ ਜਿੰਨਾ ਚਿਰ ਜਿਉਂਦਾ ਹੈ। ਮਾਇਆ ਵੀ ਇਹਦੀ ਜਿਉਂਦੇ ਦੀ ਮਿੱਤਰ ਹੈ, ਮਰਨ ਤੋਂ ਬਾਅਦ ਦੋਨੇ ਹੀ ਪਿੱਛੇ ਹਟ ਜਾਂਦੇ ਆ। ਕਰਮ ਹੈ ਜਿਹੜਾ ਉਹ ਇਸ ਦੇ ਨਾਲ ਅਖੀਰ ਤੱਕ ਜਾਂਦਾ ਤੇ ਆਪਣਾ ਫਲ ਦੇ ਕੇ ਪਿੱਛੇ ਹਟਦਾ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਜਿੱਥੇ ਕਰਮ ਹੈ ਅਰਥ ਕਰ ਲਓ, ਜਿੱਥੇ ਗੁਰੂ ਦੀ ਬਖਸ਼ਿਸ਼ ਹੈ ਜਾਂ ਜਿੱਥੇ ਮਨੁੱਖ ਮਿਹਨਤ ਕਰਦਾ ਹੈ, ਉੱਥੇ ਦੂਸਰਾ ਕੋਈ ਵੀ ਪਹੁੰਚ ਨਹੀਂ ਸਕਦਾ। ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ। ਉਸ ਕਰਮ ਖੰਡ ਦੀ ਅਵਸਥਾ ਵਿੱਚ ਸਰੀਰ ਜਿੱਤਣ ਵਾਲੇ ਯੋਧੇ, ਕਿਉਂਕਿ ਹੁਣ ਇੱਥੇ ਯੋਧੇ ਦਾ ਅਰਥ ਅਸੀਂ ਬਾਹਰੀ ਤੌਰ 'ਤੇ ਸੂਰਮਾ ਕਰੀਏ। ਸਤਿਗੁਰਾਂ ਨੇ ਇਹਨਾਂ ਸੰਸਾਰੀ ਸੂਰਮਿਆਂ ਤੋਂ ਵੱਡਾ ਵੀ ਸੂਰਮਾ ਉਸ ਨੂੰ ਕਿਹਾ ਜਿਹਨੇ ਮਨ ਨੂੰ ਜਿੱਤ ਲਿਆ। ਮਨ ਜੀਤੈ ਜਗ ਜੀਤ, ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ, ਮਨ ਨੂੰ ਸਿੱਧੇ ਰਸਤੇ ਪਾ ਲਿਆ। ਇਹ ਵੀ ਕਰਮ ਖੰਡੀ ਭਾਵ ਗੁਰੂ ਦੀ ਬਖਸ਼ਿਸ਼ ਵਾਲੇ ਹੀ ਇਸ ਨੂੰ ਜਿੱਤਦੇ ਹਨ। ਇੰਦਰੀਆਂ ਨੂੰ ਜਿੱਤਣ ਵਾਲੇ ਮਹਾਬਲੀ ਯੋਧੇ ਹੁੰਦੇ ਆ। ਮਨ ਨੂੰ ਜਿੱਤਣ ਵਾਲੇ ਵੱਡੇ ਸੂਰਮੇ ਹਨ। ਇਸ ਤਰ੍ਹਾਂ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਉਸਨੂੰ ਗਾਉਂਦੇ ਹਨ। ਕਰਮ ਦੇ ਸਦਕਾ ਗਾਵੇ ਜੋਧ ਮਹਾਬਲ ਸੂਰ, ਗਾਵੇ ਖਾਣੀ ਚਾਰੇ। ਯੋਧੇ ਮਹਾਬਲੀ ਸੂਰਮੇ ਤੈਨੂੰ ਗਾਉਂਦੇ ਆ ਜਿਹੜੇ, ਉਹ ਯੋਧੇ ਮਹਾਬਲੀ ਹੈ, ਸੂਰਮੇ ਹੈ। ਤਿੰਨ ਮਹਿ ਰਾਮ ਰਿਹਾ ਭਰਪੂਰ, ਉਹਨਾਂ ਦੇ ਹਿਰਦੇ ਵਿੱਚ ਹਰੀ ਦਾ ਵਾਸਾ ਹੋ ਜਾਂਦਾ ਹੈ।
ਜਿਵੇਂ ਭਾਈ ਪਾਰੋ ਜੀ ਮਹਾਨ ਸਿੱਖ ਪਰਮਹੰਸ ਵਾਲੀ ਅਵਸਥਾ ਵਿੱਚ ਲੀਨ ਰਹਿਣ ਲੱਗੇ, ਇੱਕ ਸਿੱਧ ਨੇ ਕਿਹਾ ਕਿ ਰਾਮ ਦੀ ਗੱਲ ਕੀਤੀ ਹੈ ਤਾਂ ਸੀਤਾ ਦੀ ਵੀ ਹੋਵੇਗੀ, ਕਿਉਂਕਿ ਇੱਥੇ ਰਾਮ ਦੀ ਗੱਲ ਚੱਲ ਰਹੀ ਸੀ। ਜਿਵੇਂ ਕਹਿੰਦੇ ਹਨੂਮਾਨ ਨੇ ਰਾਮ ਨੂੰ ਆਪਣੇ ਹਿਰਦੇ ਵਿੱਚ ਵਸਿਆ ਵਿਖਾਇਆ, ਭਾਈ ਪਾਰੋ ਦੇ ਹਿਰਦੇ ਵਿੱਚ ਗੁਰੂ ਅਮਰਦਾਸ ਜੀ ਵਸ ਗਏ। ਤੇ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਭਾਈ ਪਾਰੋ ਹੁਣ ਤੂੰ ਸਾਡੇ ਵਿੱਚ ਮਿਲ ਜਾ, ਗੁਰਤਾ ਗੱਦੀ ਸੰਭਾਲ। ਭਾਈ ਪਾਰੋ ਜੀ ਕਹਿਣ ਲੱਗੇ, ਮਹਾਰਾਜ ਇਹ ਤਾਂ ਬੜਾ ਔਖਾ ਹੈ, ਗੁਰਤਾ ਗੱਦੀ ਤਾਂ ਤੁਸੀਂ ਹੀ ਚਲਾ ਸਕਦੇ ਹੋ। ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ, ਸਿੱਖਾਂ ਮੇਰੇ ਮੂੰਹ ਚੋਂ ਬਚਨ ਨਿਕਲ ਗਿਆ, ਹੁਣ ਇਹ ਤਾਂ ਪੂਰਾ ਹੋਣਾ ਹੀ ਹੋਣਾ, ਤੈਨੂੰ ਅਸੀਂ ਆਪਣੇ ਵਿੱਚ ਮਿਲਾਉਣਾ ਹੈ। ਜੇ ਤੂੰ ਗੱਦੀ ਨਹੀਂ ਸੰਭਾਲਣੀ ਤੇ ਆਪਣਾ ਸਰੀਰ ਤਿਆਗ ਕੇ ਮੇਰੇ ਵਿੱਚ ਮਿਲ ਜਾ। ਹੁਣ ਭਾਈ ਪਾਰੋ ਨੇ ਕਹਿੰਦੇ ਸਰੀਰ ਤਿਆਗ ਦਿੱਤਾ, ਆਤਮਾ ਕਰਕੇ ਗੁਰੂ ਵਿੱਚ ਮਿਲ ਗਿਆ। ਪਰ ਅੱਗੇ ਚੱਲ ਕੇ ਗੁਰੂ ਪਿਆਰਿਓ, ਜੋ ਛੇਵੇਂ ਪਾਤਸ਼ਾਹ ਜੀ ਦੀ ਪਹਿਲੀ ਸ਼ਾਦੀ ਹੋਈ ਆ ਮਾਤਾ ਦਮੋਦਰੀ, ਉਹ ਭਾਈ ਪਾਰੋ ਦੀ ਵੰਸ਼ ਵਿੱਚੋਂ ਹੀ ਹੈ, ਡੱਲੇ ਵਾਸੀ। ਤੋ ਇਸ ਤਰ੍ਹਾਂ ਗੁਰੂ ਪਿਆਰਿਓ ਸਿੱਧ ਕਹਿਣ ਲੱਗੇ, ਠੀਕ ਹੈ ਮਹਾਰਾਜ, ਕਰਮ ਦੀ ਬਾਣੀ ਤਕੜੀ ਹੈ, ਹੱਥੀਂ ਮਿਹਨਤ ਕਰਨ ਵਾਲਾ ਤੇ ਕਬੇਲੀਆਂ ਖਾਣ ਵਾਲਾ ਦੋਨਾਂ 'ਚ ਬੜਾ ਫਰਕ ਹੈ। ਇਹ ਗੱਲਾਂ ਕਰਨ ਵਾਲਾ ਤੇ ਇੱਕ ਰਸਨਾ ਨਾਲ ਜਪਣ ਵਾਲਾ, ਦੋਨਾਂ 'ਚ ਬਹੁਤ ਫਰਕ ਹੈ। ਤਾਂ ਫਿਰ ਸਿੱਧ ਨੇ ਕਿਹਾ, ਮਹਾਰਾਜ ਰਾਮ ਦੀ ਗੱਲ ਕੀਤੀ ਹੈ ਤਾਂ ਅੱਗੇ ਦੱਸਣਾ ਕਰੋ, ਜਿੱਥੇ ਰਾਮ ਵਸਦਾ ਹੈ ਉੱਥੇ ਸੀਤਾ ਵੀ ਹੈ। ਅਸਲ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਅਰਥ ਹੈ, ਇਹ ਆਤਮਾ ਸੀਤਾ ਰੂਪ ਹੈ ਤੇ ਪਰਮੇਸ਼ਰ ਰਾਮ ਹੈ। ਜਿਵੇਂ ਸੀਤਾ ਤੇ ਰਾਮ ਦੀ ਜੋੜੀ ਹੈ, ਇਸੇ ਤਰ੍ਹਾਂ ਇਹ ਆਤਮਾ ਤੇ ਪ੍ਰਮਾਤਮਾ ਦੀ ਜੋੜੀ ਹੈ। ਸਮਝੋ, ਨਾਮ ਜਪਣ ਵਾਲੇ ਕਰਮਖੰਡੀ ਲੋਕ ਪਰਮੇਸ਼ਰ ਵਿੱਚ ਇਉਂ ਮਿਲ ਜਾਂਦੇ ਹਨ ਜਿਵੇਂ ਸੀਤੋ ਸੀਤਾ ਮਹਿਮਾ ਮਾਹੇ। ਸੀਤੋ ਆਪਣੇ ਆਪ ਨੂੰ ਸਿਉਂ ਲਿਆ, ਜੋੜ ਲਿਆ, ਜਿਵੇਂ ਕੱਪੜੇ ਦੇ ਨਾਲ ਬਾਹਾਂ ਜੋੜ ਦਿੱਤੀਆਂ, ਜੇਬ ਲਾ ਦਿੱਤੀ, ਜਿਵੇਂ ਦਰਜੀ ਨੇ ਕੱਟ ਕੇ ਟੋਟੇ ਕਰਕੇ ਕੱਪੜਾ ਦੁਬਾਰਾ ਫਿਰ ਜੋੜ ਦਿੱਤਾ ਮਸ਼ੀਨ ਦੇ ਨਾਲ। ਤੇ ਇੱਥੇ ਫਿਰ ਕਰਮਖੰਡੀਆਂ ਨੇ, ਕਰਮ ਕਰਨ ਵਾਲਿਆਂ ਨੇ, ਨਾਮ ਜਪਣ ਵਾਲਿਆਂ ਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਕਿਵੇਂ ਜੋੜਿਆ? ਪਾਤਸ਼ਾਹ ਕਹਿੰਦੇ, ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਵਨ। ਬਿਨਾ ਤਾਗੇ ਤੋਂ, ਬਿਨਾ ਸੂਈ ਤੋਂ, ਜਿਨ੍ਹਾਂ ਨੇ ਵਾਹਿਗੁਰੂ ਦੀ ਵਡਿਆਈ ਵਿੱਚ ਆਪਣੇ ਮਨ ਨੂੰ ਐਸਾ ਜੋੜਿਆ, ਐਸਾ ਜੋੜਿਆ, ਉਹਨਾਂ ਦੇ ਅੰਦਰ ਸ਼ੀਤਲਤਾ ਹੀ ਸ਼ੀਤਲਤਾ ਹੈ, ਉਹਨਾਂ ਦੇ ਹਿਰਦੇ ਵਿੱਚ ਸ਼ਾਂਤੀ ਹੀ ਸ਼ਾਂਤੀ ਹੈ। ਉਹਨਾਂ ਦੇ ਹਿਰਦੇ ਵਿੱਚ ਕਿਉਂਕਿ ਸ਼ਾਂਤ ਸਰੂਪ ਪਰਮੇਸ਼ਰ ਦੀ ਮਹਿਮਾ ਚੱਲਦੀ ਆ। ਕਰਮਖੰਡ ਵਿੱਚ ਪਹੁੰਚਣ ਵਾਲਿਆਂ ਦੀ ਬਹੁਤ ਉੱਚੀ ਅਵਸਥਾ ਹੈ, ਉਹ ਆਪਣੇ ਆਪ ਨੂੰ ਪਰਮੇਸ਼ਰ ਨਾਲ ਇੱਕ ਮਿਕ ਕਰ ਲੈਂਦੇ ਹੈ। ਜਿਵੇਂ ਪਾਤਸ਼ਾਹ ਜੀ ਦਾ ਬਚਨ ਹੈ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਹਰੀ ਦੇ ਪਿਆਰੇ, ਹਰੀ ਦੇ ਸੇਵਕ, ਹਰੀ ਦਾ ਰੂਪ ਹੋ ਜਾਂਦੇ ਹੈ। ਸਰੀਰ ਕਰਕੇ ਭਾਵੇਂ ਦੋ ਹੁੰਦੇ ਆ, ਪਰ ਆਤਮਾ ਕਰਕੇ ਇੱਕ ਹੋ ਜਾਂਦੇ ਆ। ਸੀਤੋ ਸੀਤਾ ਮਹਿਮਾ ਮਾਹੇ। ਮਹਾਰਾਜ ਇਹਨਾਂ ਦੀ ਬੜੀ ਵਡਿਆਈ ਆ, ਹੋਰ ਵੀ ਦੱਸੋ ਉਹ ਕਿੱਦਾਂ ਦੇ ਹੁੰਦੇ ਆ? ਉਹਨਾਂ ਦਾ ਸਰੂਪ ਕੈਸਾ ਹੁੰਦਾ ਹੈ? ਪਾਤਸ਼ਾਹ ਜੀ ਕਹਿੰਦੇ, ਕਰਮਖੰਡ ਵਾਲਿਆਂ ਦੀ ਬਖਸ਼ਿਸ਼ ਜਿਹੜੀ ਹੁੰਦੀ ਹੈ, ਉਹਨਾਂ ਦਾ ਬਿਆਨ ਪੂਰਾ ਨਹੀਂ ਕੀਤਾ ਜਾ ਸਕਦਾ।
ਤਾਂ ਕਿ ਰੂਪ ਨ ਕਥਨੇ ਜਾਹੇ। ਉਹ ਸਤ ਚਿਤ ਆਨੰਦ ਸਰੂਪ ਪਰਮਾਤਮਾ ਵਿੱਚ ਇਕਮਿਕ ਹੋ ਜਾਂਦੇ ਆ। ਜਿਸ ਤਰ੍ਹਾਂ ਪਰਮੇਸ਼ਰ ਦੇ ਬਾਰੇ ਨਹੀਂ ਦੱਸਿਆ ਜਾ ਸਕਦਾ, ਜਿਹੜਾ ਪਰਮੇਸ਼ਰ ਦੇ ਵਿੱਚ ਮਿਲ ਗਿਆ ਉਹਦੇ ਬਾਰੇ ਵੀ ਕਹਿਣਾ ਮੁਸ਼ਕਲ ਹੈ। ਜਿਸ ਤਰ੍ਹਾਂ ਕੋਈ ਸਮੁੰਦਰ ਵਿੱਚੋਂ ਪਾਣੀ ਨੂੰ ਘੜਾ ਭਰ ਕੇ ਬਾਹ ਕਰ ਲਵੇ ਤੇ ਉਹਨੂੰ ਅਸੀਂ ਘੜੇ ਦਾ ਪਾਣੀ ਕਹਿੰਦੇ ਆ, ਪਰ ਜੇ ਉਹੀ ਘੜੇ ਦਾ ਪਾਣੀ ਵਾਪਸ ਸਮੁੰਦਰ ਵਿੱਚ ਮਿਲਾ ਦਈਏ ਤੇ ਉਹੀ ਪਾਣੀ ਸਮੁੰਦਰ ਹੋ ਜਾਂਦਾ। ਫਿਰ ਕੋਈ ਇਹ ਨਹੀਂ ਕਹਿ ਸਕਦਾ ਕਿ ਇਹਦੇ ਵਿੱਚ ਆਹ ਪਾਣੀ ਘੜੇ ਵਾਲਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੂਰਜ ਕਿਰਨ ਇੱਕ ਉਦਾਹਰਨ ਹੈ। ਪਾਣੀ ਜਦ ਬਹੁਤ ਠੰਡ ਪੈਂਦੀ ਹੈ ਤੇ ਜੰਮ ਜਾਂਦਾ ਹੈ, ਬਰਫ਼ ਬਣ ਜਾਂਦਾ ਹੈ, ਕਠੋਰ ਹੋ ਜਾਂਦਾ ਹੈ, ਸਖਤ ਹੋ ਜਾਂਦਾ ਹੈ। ਪਰ ਜਦੋਂ ਹੀ ਉਸ 'ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ, ਧੁੱਪ ਪੈਂਦੀ ਹੈ, ਉਹ ਬਰਫ਼ ਪਿਘਲ ਕੇ ਪਾਣੀ ਫਿਰ ਨੋਰਮਲ ਆਪਣੀ ਅਸਲੀ ਅਵਸਥਾ ਵਿੱਚ ਪਾਣੀ ਰੂਪ 'ਚ ਆ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦੀ ਬਖਸ਼ਿਸ਼ ਦੀਆਂ ਕਿਰਨਾਂ ਪੈ ਗਈਆਂ, ਨਾਮ ਦੀਆਂ ਕਿਰਨਾਂ ਪੈ ਗਈਆਂ, ਜਿਨ੍ਹਾਂ ਦੇ ਉੱਤੇ ਸਿਮਰਨ ਦੀ ਕਿਰਨ ਪੈ ਗਈ, ਜੋਤ ਦੀ ਕਿਰਨ ਪੈ ਗਈ, ਉਹਨਾਂ ਦੇ ਅੰਦਰ ਗੁਰੂ ਪਿਆਰਿਓ ਉਹ ਪਹਿਲੀ ਅਵਸਥਾ ਆ ਜਾਂਦੀ ਹੈ ਜਿਹੜੀ ਪਰਮੇਸ਼ਰ ਤੋਂ ਵਿਛੜ ਤੋਂ ਪਹਿਲਾਂ ਸੀ। ਭਾਵ ਉਹ ਹਰੀ ਦਾ ਰੂਪ ਹੋ ਜਾਂਦੇ ਹੈ। ਉਹਨਾਂ ਵਿੱਚ ਉਹ ਅਵਸਥਾ ਹੀ ਆ ਜਾਂਦੀ ਹੈ ਜਿਹੜੀ ਅਵਸਥਾ ਕਈ ਜਨਮਾਂ ਪਹਿਲਾਂ ਉਹ ਪਰਮੇਸ਼ਰ ਵਿੱਚ ਮਿਲ ਕੇ ਮਾਣ ਰਹੇ ਸੀ। ਅੱਗੇ ਬਖਸ਼ਿਸ਼ ਕਰਦੇ ਆ ਤਾਂ ਕਿ ਰੂਪ ਨ ਕਥਨੇ ਜਾਹੇ, ਨਾ ਉਹ ਮਰਹੇ ਨਾ ਠਾਗੇ ਜਾਹੇ। ਪਰਮੇਸ਼ਰ ਦੀ ਭਗਤੀ ਕਰਨ ਵਾਲੇ ਮਰਦੇ ਨਹੀਂ, ਅਮਰ ਹੋ ਜਾਂਦੇ ਆ। ਪਰਮੇਸ਼ਰ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦੇ ਆ। ਉਹ ਠੱਗੇ ਨਹੀਂ ਜਾਂਦੇ, ਸੰਸਾਰ ਉਹਨਾਂ ਨੂੰ ਠੱਗ ਨਹੀਂ ਸਕਦਾ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਹਿੰਦੇ, ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ 15 ਭਗਤਾਂ ਦੀ 11 ਭੱਟਾਂ ਦੀ ਬਾਣੀ ਹੈ, ਗੁਰਮੁਖਾਂ ਦੀ ਬਾਣੀ ਹੈ। ਇਤਿਹਾਸ ਨੇ, ਗੁਰਮੁਖਾਂ ਨੇ, ਗੁਰਬਾਣੀ ਨੇ ਉਹਨਾਂ ਜੀਵਾਂ ਨੂੰ ਅਮਰ ਕਰ ਦਿੱਤਾ ਸਦਾ ਸਦਾ ਲਈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ ਹੈ। ਉਹ ਅਮਰ ਹੋ ਗਏ। ਜਿਸ ਤਰ੍ਹਾਂ ਅਸੀਂ ਭਗਤ ਕਬੀਰ ਸਾਹਿਬ ਨੂੰ ਤਾਂ ਜਾਣਦੇ ਹਾਂ, ਪਰ ਉਹਨਾਂ ਦੇ ਸਮਕਾਲੀ ਰਾਜਿਆਂ ਨੂੰ ਕੋਈ ਨਹੀਂ ਜਾਣਦਾ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਉਹ ਅਮਰ ਹੋ ਜਾਂਦੇ ਆ, ਮਰਦੇ ਨਹੀਂ। ਉਹਨਾਂ ਨੂੰ ਜਮਦੂਤ, ਧਰਮਰਾਜ ਆਦਿ ਵੀ ਜਿਹੜਾ ਹੈ ਰੋਕ ਨਹੀਂ ਸਕਦਾ, ਠੱਗੇ ਨਹੀਂ ਜਾਂਦੇ। ਪਾਤਸ਼ਾਹ ਜੀ ਦਾ ਬਚਨ ਹੈ, ਨਾਮ ਤੋਂ ਥੱਲੇ ਆ ਸਾਰੀਆਂ ਵਸਤੂਆਂ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਹੀ। ਜੋ ਦੁਨੀਆ ਪੁੰਨ ਦਾਨ ਬੀਜਦੀ ਹੈ, ਭਾਵ ਦਾਨ ਪੁੰਨ ਕਰਦੀ ਹੈ, ਇਹ ਸਾਰੇ ਧਰਮਰਾਜ ਤੋਂ ਉਰੇ ਉਰੇ ਰਹਿ ਜਾਂਦੇ ਹੈ। ਜੀਵ ਕੋਲੇ ਨਾਮ ਨਹੀਂ ਹੁੰਦਾ। ਫਿਰ ਜਦ ਕਹਿੰਦੇ ਦਰਗਾਹ ਨੂੰ ਜਾਂਦਾ, ਰਸਤੇ ਵਿੱਚ ਇਹਨੂੰ ਭੁੱਖ ਲੱਗਦੀ ਹੈ, ਇਹ ਖਾਣ ਨੂੰ ਕੁਝ ਮੰਗਦਾ ਤੇ ਜਮਦੂਤ ਕਹਿੰਦੇ, ਜਗਾਤੀਏ ਕਹਿੰਦੇ, ਟੈਕਸ ਵਾਲੇ, ਜਿਸ ਗੱਡੀ ਦੀਆਂ ਕਾਗਜ਼ ਪੂਰੇ ਨਾ ਹੋਣ, ਕਾਪੀ ਨਾ ਹੋਵੇ, ਤੇ ਰਸਤੇ ਵਿੱਚ ਟੈਕਸ ਵਾਲੇ ਟੱਕਰ ਜਾਣ ਤੇ ਉਹਨੂੰ ਪਤਾ ਲੱਗ ਜਾਵੇ ਉਹਦੇ ਕੋਲ ਕਾਗਜ਼ ਪੂਰੇ ਨਹੀਂ, ਤਾਂ ਉਹਦੇ ਕੋਲੋਂ ਰਿਸ਼ਵਤ ਦੇ ਰੂਪ ਵਿੱਚ ਠੱਗੀਆਂ ਮਾਰਦੇ ਹੀ ਰਹਿੰਦੇ ਆ ਸਦਾ। ਇਸੇ ਤਰ੍ਹਾਂ ਜਿਨ੍ਹਾਂ ਜੀਵਾਂ ਆਤਮਾ ਦੇ ਕੋਲ ਨਾਮ ਦਾ ਕਾਗਜ਼ ਨਹੀਂ ਹੈ, ਜਿਨ੍ਹਾਂ ਦੇ ਕੋਲੇ ਗੁਰੂ ਦਾ ਬਖਸ਼ਿਆ ਨਾਮ ਨਹੀਂ ਹੈ, ਉਹਨਾਂ ਦੇ ਸੰਸਾਰ ਵਿੱਚ ਕੀਤੇ ਦਾਨ ਪੁੰਨ ਰਸਤੇ ਵਿੱਚ ਹੀ ਉਹ ਜਗਾਤੀ ਠੱਗ ਲੈਂਦੇ ਹੈ। ਕਹਿੰਦੀ ਹੈ ਜੇ ਤੈਨੂੰ ਭੁੱਖ ਲੱਗੀ ਹੈ ਤਾਂ ਦੇਵਾਂਗੇ, ਪਹਿਲਾਂ ਨਾਮ ਦਾ ਆਪਣਾ ਦਾਨ ਦਾ ਫਲ ਸਾਨੂੰ ਦੇ। ਜੇ ਪਿਆਸ ਲੱਗੀ ਹੈ ਤਾਂ ਪਾਣੀ ਦੇਵਾਂਗੇ, ਜੇ ਤੂੰ ਸਾਨੂੰ ਕੀਤੇ ਹੋਏ ਦਾਨ ਪੁੰਨ ਦਾ ਫਲ ਦੇਵੇਂਗਾ। ਇਹ ਖੈਰ ਹਿੰਦੂ ਮੰਤਾਂ ਦੇ ਗ੍ਰੰਥਾਂ ਦੀ ਗੱਲ ਹੈ। ਇਸ ਗੱਲ ਨੂੰ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਮ ਦੀ ਮਹਿਮਾ ਦੱਸਦੇ ਹੋਏ ਕਿਹਾ ਹੈ ਸੁਖਮਨੀ ਸਾਹਿਬ ਜੀ ਦੇ ਬਾਣੀ 'ਚ, ਜੈ ਮਹਾ ਭਿਆਨ ਤਪਤ ਬਹੁ ਘਾਮ, ਜਿੱਥੇ ਤੈਨੂੰ ਬਹੁਤ ਗਰਮੀ ਲੱਗੇਗੀ, ਤਪਸ਼ लगेगी तय हर के नाम की तुम ऊपर शाम, जहाँ त्रिखा मन तुझिया करखै, तय नानक हर हर अमृत वरखै। ਉੱਥੇ ਹਰੀ ਦਾ ਨਾਮ ਤੇਰੇ ਉੱਤੇ ਅੰਮ੍ਰਿਤ ਦੀ ਵਰਖਾ ਕਰੇਗਾ। ਇਸੇ ਤਰ੍ਹਾਂ ਹੀ ਜਿੱਥੇ ਤੈਨੂੰ ਪਿਆਸ ਲੱਗੇਗੀ ਉੱਥੇ ਹਰੀ ਦਾ ਨਾਮ ਹੀ ਅੰਮ੍ਰਿਤ ਬਣ ਜਾਵੇਗਾ, ਫਿਰ ਮੰਗਣਾ ਨਹੀਂ ਪਵੇਗਾ। ਸੋ ਇਸ ਕਰਕੇ ਨਾ ਉਹ ਮਰੈ ਨ ਠਾਗੈ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ। ਜਿੱਥੇ ਫਿਰ ਇਹਨਾਂ ਰੂਹਾਂ ਦਾ ਵਾਸਾ ਹੈ ਉੱਥੇ ਪ੍ਰਕਾਸ਼ ਹੁੰਦਾ, ਤੇ ਉਹ ਪ੍ਰਕਾਸ਼ ਹੈ ਕਾਹਦਾ? ਉਹ ਪ੍ਰਕਾਸ਼ ਸੂਰਜ ਚੰਦਰਮਾ ਦਾ ਨਹੀਂ, ਇਹਨਾਂ ਦੇ ਭਗਤੀ ਦਾ ਹੀ ਪ੍ਰਕਾਸ਼ ਹੁੰਦਾ, ਦੁਧੀਆ ਚਿੱਟੇ ਰੰਗ ਦਾ। ਦੱਸਦੇ ਆ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਸੱਚਖੰਡ ਨੂੰ ਜਾ ਰਹੇ ਸਮੇਰ ਪਰਬਤ ਤੋਂ ਹੋ ਕੇ ਧਰੂ ਦੇ ਇਲਾਕੇ 'ਚ ਪਹੁੰਚੇ ਤੇ ਮਰਦਾਨਾ ਕਹਿੰਦਾ ਜੀ ਸੂਰਜ ਦਿਖਾਈ ਨਹੀਂ ਦਿੰਦਾ, ਕਹਿੰਦੇ ਸੂਰਜ ਥੱਲੇ ਰਹਿ ਗਿਆ, ਆਪਾਂ ਓਤ ਉੱਚੇ ਆ ਗਏ ਆ, ਸੂਰਜ ਚੰਦਰਮਾ ਤਾਰੇ ਸਭ ਥੱਲੇ ਵੇਖ। ਤਾਂ ਥੱਲੇ ਦਿਖਾਈ ਦਿੱਤੇ ਮਰਦਾਨੇ ਨੂੰ, ਤੇ ਮਰਦਾਨਾ ਕਹਿੰਦੇ ਜੀ ਫਿਰ ਇਹ ਪ੍ਰਕਾਸ਼ ਕਾਹਦਾ ਹੈ? ਕਹਿੰਦੇ ਇਹ ਧਰੂ ਦੇ ਭਗਤੀ ਦਾ ਪ੍ਰਕਾਸ਼ ਹੈ। ਤਾਂ ਉਸ ਅਵਸਥਾ ਵਿੱਚ ਕਿੰਨੇ ਹੀ ਸਰੂਪ ਦੇ ਜਾਣਨ ਵਾਲੇ ਨਿਜ ਸਰੂਪ ਨਾਲ ਜੁੜੇ ਹੋਏ ਭਗਤ ਵਸਦੇ ਹਨ। ਉਹਨਾਂ ਲੋਕਾਂ ਦੇ ਵਿੱਚ ਉਹਨਾਂ ਦੀ ਭਗਤੀ ਦਾ ਹੀ ਪ੍ਰਕਾਸ਼ ਹੁੰਦਾ ਹੈ। ਤਿੱਥੈ ਭਗਤ ਵਸੈ ਕੇ ਲੋਹ, ਕਰੈ ਆਨੰਦ ਸੱਚਾ ਮਨ ਸੋਏ। ਉਹ ਕਰਮਖੰਡੀ ਉਪਾਸ਼ਕ ਅਵਸਥਾ ਵਿੱਚ ਆਤਮਿਕ ਆਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ, ਕਿਉਂਕਿ ਉਹਨਾਂ ਦੇ ਮਨਾਂ ਵਿੱਚ ਸੋਏ ਸੱਚਾ ਪਰਮੇਸ਼ਰ ਵਸਿਆ ਹੁੰਦਾ ਹੈ। ਉਸ ਅਵਸਥਾ ਦਾ ਆਨੰਦ ਭੋਗਣਾ ਕਰਦੇ, ਕਿਉਂਕਿ ਉਹਨਾਂ ਦੇ ਮਨ ਵਿੱਚ ਪ੍ਰਭੂ ਵਸਿਆ ਹੈ। ਕਰਮਖੰਡ ਦੀ ਛੇਵੀਂ ਭੂਮਿਕਾ, ਜਿੱਥੇ ਸੰਸਾਰੀ ਪਦਾਰਥਾਂ ਦਾ ਅਭਾਵ ਹੋ ਜਾਂਦਾ ਹੈ, ਭਾਵ ਸੰਸਾਰੀ ਪਦਾਰਥਾਂ ਤੋਂ ਮਨ ਉੱਚਾ ਉੱਠ ਜਾਂਦਾ ਹੈ, ਸੰਸਾਰ ਦਾ ਸਮਾਨ ਜਿਹੜਾ ਹੈ ਥੱਲੇ ਰਹਿ ਜਾਂਦਾ ਹੈ। ਇਸੀ ਕਰਮਖੰਡ ਦੀ ਬਾਣੀ ਜੋੜ ਤੇ ਕਰਮਖੰਡ ਤੋਂ ਅੱਗੇ ਹੈ ਸੱਚਖੰਡ। ਤਾਂ ਸਿੱਧਾ ਨੇ ਪੁੱਛਿਆ ਮਲ ਅਗਲੀ ਅਵਸਥਾ ਗੁਰਮੁਖਾਂ ਦੀ ਜਿਹੜੀ ਹੈ ਉਹ ਵੀ ਦੱਸਣੀ ਕਰੋ ਸੱਤਵੀਂ। ਮੈਂ ਸੰਸਾਰ ਨੇ 4 ਮੰਨੀਆਂ, ਗੁਰੂ ਸਾਹਿਬ ਨੇ 7 ਮੰਨੀਆਂ। ਜਾਗਤ ਸੁਪਨ ਸਕੋਪ ਦੀ ਤੁਰੀਆ, ਆਤਮ ਭੂਪਤ ਕੀ ਹੈ ਪੁਰੀਆ। ਤੁਰੀਆ ਚੌਥੀ ਪਦਵੀ ਹੈ, 7ਵੀਂ ਪਦਵੀ ਹੈ। ਤਾਂ ਇਸ ਅਵਸਥਾ ਵਿੱਚ ਜਿਹੜੇ ਜਗਿਆਸੂ ਭਗਤ ਨਾਮ ਜਪਣ ਵਾਲੇ ਪਹੁੰਚਦੇ ਆ, ਉਹਨਾਂ ਦੀ ਅਵਸਥਾ ਕੈਸੀ ਹੁੰਦੀ ਹੈ? ਸੱਚਖੰਡ ਵਸੈ ਨਿਰੰਕਾਰ ਵਾਲੀ ਪੌੜੀ ਆਪਾਂ ਅਗਲੇ ਦੀਵਾਨਾ ਵਿੱਚ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।